everyone, this is Kiran Matharu, your online teacher. First of all, I welcome you all on your own YouTube channel, Your Classroom at Home. I really wanted to thank you all for watching our video lessons. As you know, we have already completed our syllabus up to August. So for this, you have to subscribe our YouTube channel and press the bell icon so that you can get all the notifications of coming videos. Once again, thank you so much. Yes, lesson number 20, Rural Development and Local Self-Government. Pendu Vikas ਅਤੇ ਸਥਾਨਕ ਸਰਕਾਰ. Okay, so let's get started. India is an agriculture-based country. At the time of independence in 1947, about 90% population was living in rural areas, that is villages. ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਤੇ ਆਜ਼ਾਦੀ ਦੇ ਸਮੇਂ 1947 ਦੇ ਵਿੱਚ 90% ਜਨਸੰਖਿਆ ਜਿਹੜੀ ਸੀ ਉਹ ਪਿੰਡਾਂ ਦੇ ਵਿੱਚ ਰਹਿੰਦੀ ਸੀ. Today the number has come down to 75% ਤੇ ਅੱਜ ਇਹ ਗਿਣਤੀ ਜਿਹੜੀ ਆ ਉਹ 75% ਰਹਿ ਗਈ ਆ. There are nearly 6 lakh villages in our country ਤੇ ਸਾਡੇ ਦੇਸ਼ ਦੇ ਵਿੱਚ ਲਗਭਗ 6 ਲੱਖ ਪਿੰਡ ਹਨ. That is why it is known as land of villages ਤੇ ਇਸੇ ਲਈ ਭਾਰਤ ਨੂੰ ਪਿੰਡਾਂ ਦੀ ਧਰਤੀ ਕਿਹਾ ਜਾਂਦਾ ਹੈ. Few of these villages are situated near the towns while a large number of these are to be found in the remote areas. ਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਬਹੁਤ ਦੂਰ ਇਲਾਕਿਆਂ ਦੇ ਵਿੱਚ ਹੈ. Here it is imminent to inform that village is the smallest unit of human population. ਤੇ ਇੱਥੇ ਇਹ ਦੱਸਣਾ ਜ਼ਰੂਰੀ ਆ ਕਿ ਪਿੰਡ ਕਿਸੇ ਵੀ ਦੇਸ਼ ਦੇ ਸੰਗਠਿਤ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ. ਇੰਡੀਆ ਇਜ਼ ਅ ਵਾਸਟ ਕੰਟਰੀ. ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ. There are 29 states and 7 union territories. You have already read about it in unit 1. ਹਾਂਜੀ, ਭਾਰਤ ਦੇ ਵਿੱਚ 29 ਸਟੇਟਸ ਹੈਗੀਆਂ ਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਹੀ ਯੂਨਿਟ 1 ਚ ਪੜ੍ਹ ਚੁੱਕੇ ਹੋ. Administration of such a big country cannot be run only by the central government. ਤੇ ਇੰਨੇ ਵੱਡੇ ਦੇਸ਼ ਦਾ ਪ੍ਰਬੰਧ ਸਿਰਫ ਕੇਂਦਰੀ ਸਰਕਾਰ ਦੁਆਰਾ ਚਲਾਇਆ ਨਹੀਂ ਜਾ ਸਕਦਾ. Thus our constitution makers established federal form of government in India. ਤੇ ਇਸੇ ਲਈ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਸੀ ਉਹਨਾਂ ਨੇ ਭਾਰਤ ਦੇ ਲਈ ਸੰਘਾਤਮਕ ਸਰਕਾਰ ਦੀ ਸਥਾਪਨਾ ਕੀਤੀ ਸੀ. In a federal form of government, there is a central government for the whole country and state government for the states. ਤੇ ਜਿਹੜੀ ਸੰਘਾਤਮਕ ਸਰਕਾਰਾਂ ਹੁੰਦੀਆਂ ਫੈਡਰਲ ਗਵਰਨਮੈਂਟ ਹੁੰਦੀ ਆ ਉਹਦੇ ਵਿੱਚ ਇੱਕ ਤਾਂ ਕੇਂਦਰੀ ਸਰਕਾਰ ਹੁੰਦੀ ਆ, ਠੀਕ ਹੈ, ਜੋ ਸਾਰੇ ਦੇਸ਼ ਦੇ ਲਈ ਹੁੰਦੀ ਆ, ਠੀਕ ਹੈ, ਤੇ ਨਾਲ ਜਿੰਨੇ ਰਾਜ ਹੁੰਦੇ ਆ ਉਹਨਾਂ ਦੇ ਲਈ ਅਲੱਗ-ਅਲੱਗ ਰਾਜ ਸਰਕਾਰਾਂ ਹੁੰਦੀਆਂ. At present there are 29 state governments which run the administration at the state level. ਤੇ ਅੱਜ ਦੇ ਸਮੇਂ ਵਿੱਚ 29 ਰਾਜ ਸਰਕਾਰਾਂ ਜਿਹੜੀਆਂ ਕਿ ਆਪਣੇ ਰਾਜ ਦਾ ਪ੍ਰਬੰਧ ਚਲਾਉਂਦੀਆਂ. Each state is further divided into district to run the administration. ਤੇ ਹਰੇਕ ਸਟੇਟ ਨੂੰ ਅੱਗੇ ਜ਼ਿਲ੍ਹਿਆਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਤਾਂ ਕਿ ਫਿਰ ਜਿਹੜਾ ਸਾਰਾ ਪ੍ਰਬੰਧ ਆ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ. In a democratic country, the smallest unit to run the administration is village ਪੰਚਾਇਤ. ਤੇ ਲੋਕਤੰਤਰੀ ਦੇਸ਼ ਦੇ ਵਿੱਚ ਸਭ ਤੋਂ ਛੋਟੀ ਇਕਾਈ ਜਿਹੜੀ ਆ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਉਹ ਪਿੰਡਾਂ ਦੇ ਵਿੱਚ ਪੰਚਾਇਤ ਹੁੰਦੀ ਆ. ਪੰਚਾਇਤ ਇਜ਼ ਆਲਸੋ ਦਾ ਲੋਐਸਟ ਯੂਨਿਟ ਆਫ ਦਾ ਪੰਚਾਇਤੀ ਰਾਜ. ਤੇ ਪੰਚਾਇਤੀ ਰਾਜ ਦੀ ਸਭ ਤੋਂ ਛੋਟੀ ਇਕਾਈ ਵੀ ਪੰਚਾਇਤ ਹੀ ਹੁੰਦੀ ਆ. ਨੈਕਸਟ ਟੂ ਵਿਲੇਜ ਪੰਚਾਇਤ ਇਜ਼ ਬਲਾਕ ਸਮਿਤੀ ਐਂਡ ਦਾ ਹਾਈਐਸਟ ਇੰਸਟੀਟਿਊਸ਼ਨ ਆਫ ਪੰਚਾਇਤੀ ਰਾਜ ਇਜ਼ ਜ਼ਿਲ੍ਹਾ ਪਰਿਸ਼ਦ. ਹਾਂਜੀ, ਇਸ ਤੋਂ ਬਾਅਦ ਫਿਰ ਪੰਚਾਇਤ ਸਮਿਤੀ ਤੇ ਸਭ ਤੋਂ ਉੱਪਰ ਜ਼ਿਲ੍ਹਾ ਪਰਿਸ਼ਦ ਹੁੰਦੀ ਆ. ਬਲਾਕ ਸਮਿਤੀ ਐਕਟ ਐਜ਼ ਅ ਲਿੰਕ between the village ਪੰਚਾਇਤ and the ਜ਼ਿਲ੍ਹਾ ਪਰਿਸ਼ਦ. ਤੇ ਜਿਹੜੀ ਬਲਾਕ ਸਮਿਤੀ ਹੁੰਦੀ ਆ ਉਹ ਪਿੰਡ ਦੀ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਦੇ ਵਿਚਕਾਰ ਇੱਕ ਲਿੰਕ ਦਾ ਕੰਮ ਕਰਦੀ ਆ, ਇੱਕ ਕੜੀ ਦਾ ਕੰਮ ਕਰਦੀ ਆ. ਜ਼ਿਲ੍ਹਾ ਪਰਿਸ਼ਦ ਇਜ਼ ਆਲਸੋ ਨੋਨ ਐਜ਼ ਜ਼ਿਲ੍ਹਾ ਪੰਚਾਇਤ. ਯਾਦ ਰੱਖ ਲਓ ਕਿ ਜਿਹੜੀਆਂ ਜ਼ਿਲ੍ਹਾ ਪਰਿਸ਼ਦ ਹੁੰਦੀਆਂ ਉਹਨਾਂ ਨੂੰ ਹੀ ਅਸੀਂ ਜ਼ਿਲ੍ਹਾ ਪੰਚਾਇਤ ਵੀ ਕਹਿ ਦਿੰਦੇ ਆ. The structure of the rural local self government is known as Panchayati Raj in India, which is existing here even before partition. ਤੇ ਭਾਰਤ ਦੀ ਜਿਹੜੀ ਇਹ ਸਥਾਨਕ ਸਰਕਾਰ ਆ ਇਹਨੂੰ ਹੀ ਆਪਾਂ ਪੰਚਾਇਤੀ ਰਾਜ ਕਹਿ ਦਿੰਦੇ ਆ, ਠੀਕ ਹੈ. ਤੇ ਸਾਡੇ ਦੇਸ਼ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਸੀ ਉਹਦੀ ਸਥਾਪਨਾ ਅੰਗਰੇਜ਼ੀ ਰਾਜ ਦੇ ਆਉਣ ਤੋਂ ਪਹਿਲਾਂ ਹੀ ਸੀ.
ਚੇਂਜਿੰਗ ਫੇਸ ਆਫ ਦ ਵਿਲੇजेस। ਠੀਕ ਹੈ, ਹੁਣ ਜਿਸ ਤਰ੍ਹਾਂ ਪਿੰਡ ਚੇਂਜ ਹੋ ਰਹੇ ਹੈ ਨਾ, ਬਦਲਾਵ ਆ ਰਿਹਾ, ਉਹਨਾਂ 'ਚ ਪਰਿਵਰਤਨ ਆ ਰਿਹਾ ਪਿੰਡਾਂ ਦੇ ਵਿੱਚ। ਆਪਾਂ ਉਹ ਦੇਖਦੇ ਹਾਂ ਕਿਸ ਤਰ੍ਹਾਂ। ਹਾਂਜੀ, ਇੱਧਰ ਸਾਈਡ ਤੇ ਦੇਖ ਲਓ ਇੱਕ ਬਾਕਸ ਹੈਗਾ, ਨਿਊ ਸਟੇਟ ਇਜ਼ ਤੇਲੰਗਾਨਾ। ਠੀਕ ਹੈ, ਤੇਲੰਗਾਨਾ ਜਿਹੜੀ ਲਾਸਟ ਵਾਲੀ ਨਵੀਂ ਸਟੇਟ ਬਣੀ ਸੀ ਉਹ। ਬਿਫੋਰ ਦ ਅਰਾਈਵਲ ਆਫ ਦ ਬ੍ਰਿਟਿਸ਼ਰਸ ਇਨ ਇੰਡੀਆ ਆਰ ਵਿਲੇजेस ਵਰ ਸੈਲਫ ਸਫੀਸ਼ੀਐਂਟ। ਜਦੋਂ ਤੱਕ ਅੰਗਰੇਜ਼ ਆਪਣੇ ਦੇਸ਼ 'ਚ ਨਹੀਂ ਆਏ ਸੀ ਹੈ ਨਾ, ਉਦੋਂ ਤੱਕ ਜਿਹੜੇ ਪਿੰਡ ਸੀਗੇ ਉਹ ਆਤਮ ਨਿਰਭਰ ਸੀ। ਬਟ ਆਫਟਰ ਦ ਐਡਵੈਂਟ ਆਫ ਦ ਬ੍ਰਿਟਿਸ਼ਰਸ ਦ ਇਕਨੋਮਿਕ ਕੰਡੀਸ਼ਨ ਆਫ ਇੰਡੀਅਨ ਵਿਲੇजेस ਗੋਟ ਡਿਟੋਰੇਟਿਡ। ਠੀਕ ਹੈ, ਪਰ ਜਦੋਂ ਅੰਗਰੇਜ਼ ਆ ਗਏ ਤੇ ਉਹਨਾਂ ਨੇ ਆ ਕੇ ਜਿਹੜੀ ਇੱਥੋਂ ਦੀ ਆਰਥਿਕ ਸਥਿਤੀ ਸੀ ਪਿੰਡਾਂ ਦੀ, ਉਹਨੂੰ ਬਹੁਤ ਜ਼ਿਆਦਾ ਖਰਾਬ ਕਰ ਦਿੱਤਾ। ਠੀਕ ਹੈ, ਬ੍ਰਿਟਿਸ਼ਰਸ ਸਟਾਰਟਡ ਐਕਸਪਲੋਇਟਿੰਗ ਦ ਵਿਲੇਜਰਸ ਥਰੂ ਦੇਅਰ ਇਕਨੋਮਿਕ ਪੋਲਿਸੀਜ਼। ਤੇ ਅੰਗਰੇਜ਼ਾਂ ਨੇ ਆ ਕੇ ਇੱਥੋਂ ਦੇ ਪਿੰਡਾਂ ਨੂੰ, ਠੀਕ ਹੈ, ਐਕਸਪਲੋਇਟ ਮੀਨਸ ਉਹਨਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਤੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਨਵੀਆਂ ਜਿਹੜੀਆਂ ਆਰਥਿਕ ਪੋਲਿਸੀ ਸੀਗੀਆਂ ਉਹਨਾਂ ਦੇ ਨਾਲ। ਬ੍ਰਿਟਿਸ਼ ਗਵਰਨਮੈਂਟ ਕਲੈਕਟਡ ਹਿਊਜ ਅਮਾਊਂਟ ਆਫ ਫੰਡਸ from the farmers in the form of land revenue, which led to economic downfall of the villages। ਤੇ ਉਹਨਾਂ ਨੇ ਆ ਕੇ ਬਹੁਤ ਜ਼ਿਆਦਾ ਕਰ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਕਿਸਾਨਾਂ ਦੇ ਉੱਪਰ। ਠੀਕ ਹੈ, ਜਿਹਦੇ ਕਰਕੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਆਰਥਿਕ ਸਥਿਤੀ ਜਿਹੜੀ ਸੀ ਉਹਦੇ 'ਚ ਗਿਰਾਵਟ ਆ ਗਈ ਸੀ। ਦਸ ਵਿਲੇजेस were no more self sufficient, ਤੇ ਇਸੇ ਕਰਕੇ ਫਿਰ ਪਿੰਡ ਜਿਹੜੇ ਸੀ ਉਹ ਆਤਮ ਨਿਰਭਰ ਨਹੀਂ ਰਹਿ ਗਏ ਸੀ। when India got independence, her villagers faced a number of problems like illiteracy, poverty, ignorance and diseases, which became hindrances to the progress and prosperity of the villages। ਜਦੋਂ ਭਾਰਤ ਆਜ਼ਾਦ ਹੋਇਆ ਹੈ ਨਾ, ਉਸ ਟਾਈਮ ਤੱਕ ਫਿਰ ਇੰਡੀਆ ਦੇ ਵਿੱਚ ਜਿਹੜੇ ਪਿੰਡ ਸੀ, ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਸੀ, ਜਿਸ ਤਰ੍ਹਾਂ ਅਨਪੜ੍ਹਤਾ, ਗਰੀਬੀ, ਅਗਿਆਨਤਾ ਤੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ, ਜਿਹੜੀਆਂ ਕਿ ਉਸ ਸਮੇਂ ਪਿੰਡਾਂ ਦੀ ਖੁਸ਼ਹਾਲੀ ਤਰੱਕੀ ਦੇ ਰਸਤੇ ਦੇ ਵਿੱਚ ਰੁਕਾਵਟਾਂ ਸੀ। ਇੰਡੀਅਨ ਗਵਰਨਮੈਂਟ ਮੇਡ ਐਵਰੀ ਪੋਸੀਬਲ ਐਫਰਟ ਟੂ ਰਿਮੂਵ ਦੀਜ਼ ਰੂਰਲ ਪ੍ਰੋਬਲਮਸ ਵਨ ਬਾਈ ਵਨ। ਤੇ ਭਾਰਤੀ ਸਰਕਾਰ ਨੇ ਉਸ ਤੋਂ ਬਾਅਦ ਬਹੁਤ ਸੰਭਵ ਕੋਸ਼ਿਸ਼ਾਂ ਕੀਤੀਆਂ ਜਿਹਦੇ ਨਾਲ ਜਿਹੜੇ ਇਹ ਇਲਾਕਿਆਂ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ ਇਹ ਸਮੱਸਿਆਵਾਂ ਇੱਕ ਇੱਕ ਕਰਕੇ ਖਤਮ ਕੀਤੀਆਂ ਜਾ ਸਕਣ। ਫ੍ਰੀ ਐਲੀਮੈਂਟਰੀ ਐਜੂਕੇਸ਼ਨ ਵਾਜ਼ ਪ੍ਰੋਵਾਈਡਡ ਟੂ ਆਲ ਦਾ ਸਿਟੀਜ਼ਨਸ। ਨਾਗਰਿਕ ਹੈਗੇ ਉਹਨਾਂ ਸਾਰਿਆਂ ਨੂੰ ਜਿਹੜੀ 8ਵੀਂ ਤੱਕ ਦੀ ਮੁਫਤ ਸਿੱਖਿਆ ਉਹ ਦਿੱਤੀ ਜਾਣ ਲੱਗੀ। ਟੂ ਐਜੂਕੇਟ ਦ ਐਲਡਰਲੀ ਸਿਟੀਜ਼ਨ ਅਡਲਟ ਐਜੂਕੇਸ਼ਨ ਸੈਂਟਰ ਵਰ ਓਪਨਡ। ਜਿਹੜੇ ਬਾਲਗ ਸੀਗੇ ਜੇ ਉਹਨਾਂ ਨੂੰ ਵੀ ਐਜੂਕੇਸ਼ਨ ਦੇਣ ਦੇ ਲਈ ਅਡਲਟ ਐਜੂਕੇਸ਼ਨ ਸੈਂਟਰ ਬਣਾਏ ਗਏ, ਬਾਲਗ ਸਿੱਖਿਆ ਸੈਂਟਰ ਜਿਹੜੇ ਸੀ ਉਹ ਖੋਲ੍ਹੇ ਗਏ। ਸਿਮਿਲਰਲੀ ਟੂ ਇੰਪਰੂਵ ਦ ਕੰਡੀਸ਼ਨ ਆਫ ਐਗਰੀਕਲਚਰ ਯੂਨੀਵਰਸਿਟੀਜ਼ ਵਰ ਓਪਨਡ। ਤੇ ਖੇਤੀਬਾੜੀ ਨੂੰ ਸੁਧਾਰਨ ਦੇ ਲਈ ਖੇਤੀਬਾੜੀ ਯੂਨੀਵਰਸਿਟੀਜ਼ ਜਿਹੜੀਆਂ ਉਹ ਖੋਲ੍ਹੀਆਂ ਗਈਆਂ। In Punjab, one such agriculture university is established at Ludhiana to conduct research work in the field of agriculture। ਤੇ ਇਸੇ ਤਰ੍ਹਾਂ ਦੀ ਇੱਕ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ 'ਚ ਖੋਲ੍ਹੀ ਗਈ, ਜਿਹੜੀ ਕਿ ਖੇਤੀਬਾੜੀ ਦੇ ਖੇਤਰ ਦੇ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟਸ ਲਿਆਉਣ ਦੇ ਲਈ ਖੋਲ੍ਹੀ ਗਈ ਆ। Here research is being conducted to improve the quality of seeds and to increase crop production। ਤੇ ਇਹਨਾਂ ਦੀ ਰਿਸਰਚ ਜਿਹੜੀ ਆ ਉਹ ਕਿਸ ਬੇਸਿਸ 'ਤੇ ਹੁੰਦੀ ਆ ਕਿ ਇੱਕ ਤਾਂ ਨਵੇਂ ਬੀਜ ਜਿਹੜੇ ਆ ਵਧੀਆ ਕੁਆਲਿਟੀ ਦੇ ਬੀਜ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਹੋ ਸਕਦਾ, ਤੇ ਨਾਲ ਹੀ ਫਸਲਾਂ ਦੀ ਜਿਹੜੀ ਉਤਪਾਦਨ ਆ ਫਸਲਾਂ ਦਾ ਉਹ ਕਿਸ ਤਰ੍ਹਾਂ ਵਧਾਇਆ ਜਾ ਸਕਦਾ। ਦ ਐਗਰੀਕਲਚਰ ਸਾਇੰਟਿਸਟ ਪ੍ਰੋਵਾਈਡਸ ਵੇਰੀਅਸ ਟਾਈਪਸ ਆਫ ਗਾਈਡੈਂਸ ਟੂ ਦ ਵਰਕਿੰਗ ਫਾਰਮਰ। ਤੇ ਖੇਤੀਬਾੜੀ ਜਿਹੜੇ ਵਿਗਿਆਨੀ ਆ ਉਹ ਕਿਸਾਨਾਂ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਗਾਈਡ ਕਰ ਰਹੇ ਆ। ਗਵਰਨਮੈਂਟ ਇਜ਼ ਟਰਾਈਂਗ ਟੂ ਪ੍ਰੋਵਾਈਡ ਕੁਆਲਿਟੀ ਸੀਡਸ, chemical manure, weedicides, pesticides on subsidy rates through the public distribution system। ਤੇ ਕਿਸਾਨਾਂ ਨੂੰ ਵਧੀਆ ਕਿਸਮ ਦੇ ਬੀਜ, ਫਸਲਾਂ ਦੇ ਲਈ ਲੋੜੀਂਦੀਆਂ ਦਵਾਈਆਂ, ਉਹਨਾਂ ਦਾ ਇਹ ਵੀ ਪ੍ਰਬੰਧ ਕਰਦੇ ਆ। After independence, the government consolidated the small holdings of land and encouraged the mechanized methods of farming। ਇਸ ਤੋਂ ਇਲਾਵਾ ਆਜ਼ਾਦੀ ਤੋਂ ਪਿੱਛੋਂ ਭਾਰਤ ਸਰਕਾਰ ਨੇ ਮੁਰੱਬੇਬੰਦੀ ਕਰਕੇ ਕਿਸਾਨਾਂ ਦੀ ਜਿਹੜੀ ਭੂਮੀ ਸੀ ਉਹਦੇ ਛੋਟੇ ਛੋਟੇ ਟੁਕੜੇ ਸੀ ਉਹਨਾਂ ਨੂੰ ਵੀ ਇਕੱਠਾ ਕਰ ਦਿੱਤਾ ਤਾਂ ਜੋ ਖੇਤੀਬਾੜੀ ਦਾ ਮਸ਼ੀਨੀਕਰਨ ਨਾ ਹੋ ਸਕੇ। ਫॉर द upliftment of the rural society, special privileges have been given to the government to educate the women and girls at rural level। ਤੇ ਨਾਲ ਹੀ ਪਿੰਡਾਂ ਦੇ ਸੁਧਾਰ ਕਰਨ ਦੇ ਲਈ ਸਰਕਾਰ ਨੇ ਇਸਤਰੀਆਂ ਦੀ ਵਿੱਦਿਆ ਦੇ ਵਿਕਾਸ ਦੇ ਲਈ ਲੜਕੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ। Primary health centers with the specialist doctors have been opened almost in all the villages to provide medical help to the villagers। ਤੇ ਇਹਦੇ ਨਾਲ
ਹਰੇਕ ਪਿੰਡਾਂ ਦੇ ਵਿੱਚ ਹੈਲਥ ਸੈਂਟਰ ਖੁੱਲ੍ਹੇ ਗਏ ਆ, ਉਹਨਾਂ ਨੂੰ ਹਰ ਤਰੀਕੇ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ। The administrative, social and economic condition has improved to a great extent in the modern villages। ਤੇ ਅੱਜ ਦੇ ਜਿਹੜੇ ਪਿੰਡ ਹੈਗੇ ਉਹਨਾਂ ਦੇ ਵਿੱਚ ਹਰੇਕ ਤਰੀਕੇ ਦੇ ਨਾਲ ਸੁਧਾਰ ਹੋਇਆ, ਚਾਹੇ ਉਹ ਪ੍ਰਬੰਧਕੀ ਆ, ਚਾਹੇ ਉਹ ਸਮਾਜਿਕ ਆ, ਚਾਹੇ ਉਹ ਆਰਥਿਕ ਸਥਿਤੀ ਆ, ਹਰ ਚੀਜ਼ ਦੇ ਵਿੱਚ ਹੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋਇਆ। Efforts have been made to lay link roads from all the villages to join them with the state highways। ਤੇ ਬਹੁਤ ਸਾਰੇ ਕਦਮ ਉਠਾਏ ਗਏ ਆ, ਲਿੰਕ ਰੋਡ ਬਣਾ ਦਿੱਤੀਆਂ ਗਈਆਂ ਪਿੰਡਾਂ ਤੋਂ ਜਿਹੜੀਆਂ ਸਿੱਧੀਆਂ ਸਟੇਟ ਦੇ ਹਾਈਵੇਜ਼ ਦੇ ਨਾਲ ਜੁੜਦੀਆਂ ਆ। Government has provided loans to unemployed youth at lower rate of interest to discourage the villagers to migrate to cities in search of employment। ਤੇ ਇਸ ਤੋਂ ਇਲਾਵਾ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਬਹੁਤ ਘੱਟ ਦਰ ਤੇ ਲੋਨ ਪ੍ਰੋਵਾਈਡ ਕਰਦੀ ਆ, ਠੀਕ ਹੈ, ਤਾਂ ਕਿ ਉਹ ਮਤਲਬ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਨੂੰ ਨਾ ਜਾ ਸਕਣ ਆਪਣੇ ਕੰਮ ਦੀ ਤਲਾਸ਼ ਦੇ ਲਈ। Efforts are made to provide safe drinking water and to electrify all the villages। ਤੇ ਪਿੰਡਾਂ ਦੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਤੇ ਬਿਜਲੀਕਰਨ ਕਰਨ ਦੇ ਲਈ ਪਿੰਡਾਂ ਦੇ ਵਿੱਚ ਵੀ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਆ। The government has encouraged cooperative farming and cooperative banks in villages to improve the economic condition of the villages। ਸਹਿਕਾਰੀ ਖੇਤੀ ਤੇ ਸਹਿਕਾਰੀ ਬੈਂਕਾਂ ਦੇ ਖੁੱਲ੍ਹਣ ਨਾਲ ਵੀ ਜਿਹੜੀ ਕਿਸਾਨਾਂ ਦੀ ਸਥਿਤੀ ਆ, ਆਰਥਿਕ ਸਥਿਤੀ ਆ, ਉਹ ਬਹੁਤ ਜ਼ਿਆਦਾ ਸੁਧਰ ਗਈ ਆ। Thus, all state governments and the central government has made sincere efforts for the upliftment of the rural society in India। ਤੇ ਇਸੇ ਪ੍ਰਕਾਰ ਰਾਜ ਸਰਕਾਰਾਂ ਨੇ ਤੇ ਕੇਂਦਰ ਸਰਕਾਰਾਂ ਨੇ ਮਿਲ ਕੇ ਇਕੱਠੇ ਕਦਮ ਉਠਾਏ ਆ ਤਾਂ ਜੋ ਪਿੰਡਾਂ ਦੇ ਵਿੱਚ ਜਿਹੜੇ ਭਾਰਤ ਦੇ ਪਿੰਡਾਂ ਦੀ ਸੁਸਾਇਟੀ ਹੈਗੀ ਆ ਉਹਨੂੰ ਹੋਰ ਜ਼ਿਆਦਾ ਉਹਦੇ ਵਿੱਚ ਸੁਧਾਰ ਹੋ ਸਕੇ। ਲੋਕਲ ਸੈਲਫ ਗਵਰਨਮੈਂਟ ਰੂਰਲ, ਹਾਂਜੀ ਹੁਣ ਆ ਗਿਆ ਆਪਣਾ ਪੇਂਡੂ ਖੇਤਰਾਂ ਦੇ ਵਿੱਚ ਜਿਹੜਾ ਸਥਾਨਕ ਪ੍ਰਬੰਧ ਆ। Local government is necessary for all the villages or cities to provide the basic amenities of life to the local people at the local level। ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਸਥਾਨਕ ਸਰਕਾਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਤਾਂ ਜੋ ਜਿਹੜੇ ਉੱਥੋਂ ਦੇ ਲੋਕਲ ਲੈਵਲ 'ਤੇ ਲੋਕ ਹੁੰਦੇ ਆ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾ ਸਕਣ। ਪੰਚਾਇਤੀ ਦਾ ਸਿਸਟਮ ਇਨ ਆਰ ਕੰਟਰੀ ਇਜ਼ ਵੈਰੀ ਓਲਡ। ਤੇ ਸਾਡੇ ਦੇਸ਼ ਦਾ ਜਿਹੜਾ ਪੰਚਾਇਤੀ ਸਿਸਟਮ ਆ, ਪੰਚਾਇਤੀ ਰਾਜ ਪ੍ਰਣਾਲੀ ਆ, ਬਹੁਤ ਜ਼ਿਆਦਾ ਉਹ ਪੁਰਾਣਾ ਆ। ਆਫਟਰ ਇੰਡੀਪੈਂਡੈਂਸ ਈਵਨ ਮਹਾਤਮਾ ਗਾਂਧੀ, ਫਾਦਰ ਆਫ ਦਾ ਨੇਸ਼ਨ, ਰਾਸ਼ਟਰਪਿਤਾ ਆ, ਉਹਨਾਂ ਨੇ ਵੀ ਪੰਚਾਇਤੀ ਰਾਜ ਨੂੰ ਆਪਣੇ ਦੇਸ਼ ਦੇ ਵਿੱਚ ਪੇਂਡੂ ਵਿਕਾਸ ਦੇ ਲਈ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਚਾਇਤਾਂ ਜਿਹੜੀਆਂ ਉਹ ਲੋਕਤੰਤਰ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ। ਡੂ ਯੂ ਨੋ ਵਿਲੇਜ ਇਜ਼ ਦਾ ਸਮੋਲੈਸਟ ਯੂਨਿਟ ਆਫ ਦ ਇੰਡੀਅਨ ਐਡਮਿਨਿਸਟ੍ਰੇਸ਼ਨ। ਕੀ ਤੁਹਾਨੂੰ ਪਤਾ ਆ ਕਿ ਪਿੰਡ ਭਾਰਤੀ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਹੈ। In a democratic country, the people elect their own representative to run the administration of a village or city। ਹਾਂਜੀ, ਲੋਕਤੰਤਰੀ ਦੇਸ਼ ਦੇ ਵਿੱਚ ਲੋਕ ਆਪਣਾ ਜਿਹੜਾ ਆਪਣੇ ਪਿੰਡਾਂ ਦਾ ਜਾਂ ਸ਼ਹਿਰਾਂ ਦਾ ਪ੍ਰਬੰਧ ਚਲਾਉਣ ਦੇ ਲਈ ਆਪਣੇ ਪ੍ਰਤੀਨਿਧੀ ਚੁਣਦੇ ਆ। The government run by these representative is called the local self government। ਤੇ ਇਹੀ ਪ੍ਰਤੀਨਿਧੀ ਜਿਹੜੇ ਲੋਕਾਂ ਦੁਆਰਾ ਚੁਣੇ ਜਾਂਦੇ ਆ ਇਹਨਾਂ ਨੂੰ ਹੀ ਸਥਾਨਕ ਸਰਕਾਰਾਂ ਕਹਿ ਦਿੰਦੇ ਆ। Thus, local self government means to run the local administration of the people by the local people themselves। ਇਸੇ ਤਰ੍ਹਾਂ ਜਿਹੜੀ ਲੋਕਲ ਗਵਰਨਮੈਂਟ ਹੁੰਦੀ ਆ, ਲੋਕਲ ਸਥਾਨਕ ਸਰਕਾਰਾਂ ਹੁੰਦੀਆਂ, ਉਹ ਉੱਥੋਂ ਦੀ ਉਸੇ ਜਗ੍ਹਾ ਦਾ ਸ਼ਾਸਨ ਪ੍ਰਬੰਧ ਉੱਥੋਂ ਦੇ ਲੋਕਾਂ ਦੁਆਰਾ ਹੀ ਚਲਾਉਂਦੀ ਆ। In the local government, people of the area are well aware of their needs and problems। ਕਿਉਂਕਿ ਜਿਹੜੇ ਸਥਾਨਕ ਲੋਕ ਹੁੰਦੇ ਆ, ਉਸ ਏਰੀਏ ਦੇ ਲੋਕ ਹੁੰਦੇ ਆ, ਉਹ ਉੱਥੋਂ ਦੀਆਂ ਸਮੱਸਿਆਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣੂ ਹੁੰਦੇ ਆ। As the administration of a school is run by the headmaster, teachers and students by themselves। ਜਿਸ ਤਰ੍ਹਾਂ ਇੱਕ ਸਕੂਲ ਦਾ ਪ੍ਰਬੰਧ ਹੈਡਮਾਸਟਰ, ਟੀਚਰਸ ਜਾਂ ਸਟੂਡੈਂਟਸ ਦੇ ਦੁਆਰਾ ਚਲਾਇਆ ਜਾਂਦਾ। In the absence of a class teacher, the monitor of the class maintains discipline in the classroom। ਤੇ ਜੇ ਕਦੀ ਕਲਾਸ ਦੇ ਵਿੱਚ ਟੀਚਰ ਨਹੀਂ ਹੁੰਦਾ ਤਾਂ ਫਿਰ ਕਲਾਸ ਦੇ ਡਿਸਿਪਲਿਨ ਨੂੰ ਮੇਨਟੇਨ ਕਰਨ ਦੇ ਲਈ ਮੋਨੀਟਰ ਜਿਹੜਾ ਉਹ ਕੰਮ ਕਰਦਾ। The teacher allowed various types of duties to the students। ਤੇ ਟੀਚਰ ਵੀ ਸਟੂਡੈਂਟਸ ਨੂੰ ਬਹੁਤ ਸਾਰੇ ਤਰ੍ਹਾਂ ਦੀਆਂ ਡਿਊਟੀਜ਼ ਦੇ ਦਿੰਦੇ ਆ। Similarly, the people of a place run the administration with cooperation according to their local needs। ਤੇ ਇਸੇ ਤਰ੍ਹਾਂ ਜਿਹੜੇ ਉੱਥੋਂ ਦੇ ਲੋਕ ਹੁੰਦੇ ਆ ਉਹ ਵੀ ਆਪਣੇ ਏਰੀਏ ਦਾ ਸ਼ਾਸਨ ਪ੍ਰਬੰਧ ਚਲਾਉਣ ਦੇ ਲਈ ਇੱਕ ਦੂਸਰੇ ਨੂੰ ਕੋਆਪਰੇਸ਼ਨ ਦਿੰਦੇ ਆ, ਇੱਕ ਦੂਸਰੇ ਦਾ ਸਹਿਯੋਗ ਕਰਦੇ ਆ। ਰੂਰਲ ਲੋਕਲ ਸੈਲਫ ਗਵਰਨਮੈਂਟ, ਇਹਦੇ ਦੇਖ ਲਓ ਪੰਚਾਇਤੀ ਰਾਜ ਦੇ ਤਿੰਨ ਕਿਹੜੇ ਪਾਰਟਸ ਆ ਜਾਂਦੇ ਆ, ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ। ਸਭ ਤੋਂ ਪਹਿਲੇ ਨੰਬਰ 'ਤੇ ਕਿਹੜੀ ਆ ਜਾਂਦੀ, ਗ੍ਰਾਮ ਪੰਚਾਇਤ, ਠੀਕ ਹੈ। ਸੈਕਿੰਡ ਨੰਬਰ 'ਤੇ ਆ ਜਾਂਦੀ ਪੰਚਾਇਤ ਸਮਿਤੀ ਜਾਂ ਬਲਾਕ ਸਮਿਤੀ।
ते थर्ड नंबर ते आ जाती है जिला परिषद। ठीक है, सब तो उपरली जिला परिषद, सब तो नीचे वाली ग्राम पंचायत। दे आर 3 टाइप्स ऑफ इंस्टीट्यूशन ऑफ द रूरल सैल्फ गवर्नमेंट। ते लोकल जिहड़ा स्थानक प्रबंध हुंदा उहदे विच 3 तरह दी संस्थावां हुंदियां। ग्राम पंचायत एट द विलेज लेवल, पिंड दे पद्धर दी ग्राम पंचायत हुंदी है। दैन देयर आर पंचायत समितिज टू सुपरवाइज द डिवेलपमेंट एक्टिविटीज़ एंड अदर वर्क ऑफ विलेज पंचायत्स। ते उस तो बाद पंचायत समितिज आ जांदियां जिहड़ियां कि विलेज पंचायतां दा सारा प्रबंध देखदियां। ठीक है, ऑल इज जिला परिषद विच सुपरवाइजेज द वर्किंग ऑफ लोकल गवर्नमेंट ऑफ द डिस्ट्रिक्ट। ते उस तो बाद सब तो उपर जिला परिषद हुंदी आ जिहड़ी कि जिले दे कम्मां दी जिहड़ी आ सारे कम्मां दी ओह सुपरविजन करदी आ। नैक्सट पढ़ते आप पहला ग्राम पंचायत। अ विलेज और ग्राम पंचायत इज़ इस्टैबलिश्ड इन अ विलेज विद द पॉपूलेशन ऑफ 200 और मोर। हाँ जी, हुण जिथे जनसंख्या पिंड दे विच 200 या 200 तो वध हुंदी आ उत्थे फिर ग्राम पंचायत बनाई जाती है। कमिटी ऑफ दोज पीपल हुज एज इज़ 18 और अबव 18 years and their names are enlisted in the voter list of a village is called a village committee। ਤੇ ਜਿਹੜੇ ਲੋਕ ਜਿਨ੍ਹਾਂ ਦੀ ਏਜ 18 ਤੋਂ ਉੱਪਰ ਹੁੰਦੀ ਹੈ ਤੇ ਜਿਹੜੇ ਵੋਟਰ ਲਿਸਟ ਦੇ ਵਿੱਚ ਹੁੰਦੇ ਆ, ਠੀਕ ਹੈ, ਉਹ ਵੀ ਸਾਰੇ ਮਿਲ ਕੇ ਵਿਲੇਜ ਕਮੇਟੀ ਬਣਾਉਂਦੇ ਆ। देयर नेम्स आर enlisted in the voter list ਤੇ ਉਹਨਾਂ ਸਾਰਿਆਂ ਦੇ ਨਾਮ ਵੀ ਵੋਟਰ ਲਿਸਟ 'ਚ ਹੁੰਦੇ ਆ। all the members of gram sabha can vote for election of village panchayats, पंचेस एंड सरपंचेस। ਤੇ ਇਹ ਸਾਰੇ ਵੋਟਰ ਮਿਲ ਕੇ ग्राम सभा जिहड़ी हुंदी आ, जिहड़े इहदे मैंबर आ, ये सारे वो वोट पाउंदे आ विलेज पंचायत दे लई ते फिर पंच ते सरपंच चुने जाते हैं। द नंबर वेरी फ्रॉम 5 to 13 ऑन द बेसिस ऑफ पॉपूलेशन। तो जनसंख्या के अनुसार जिहड़े इन्हां दी गिनती हुंदी आ 5 ਤੋਂ 13 हो सकती है। सब तो पहला ग्राम सभा, फिर उहदियां इलैक्शन हुंदियां, ठीक है, उस तो बाद ग्राम पंचायत चुनी जाती है, फिर उहदे अंडर आ जांदा सरपंच ते उहदे अंडर आ जांदे पंचेस। ठीक है, विलेज पीपल अबव द एज ऑफ 18 years आर मैंबर ऑफ अ ग्राम सभा। ग्राम सभा के जिहड़े मैंबर हुंदे आ, वो जिन्ने भी पिंड के लोग जिहड़े 18 साल तो उपर की उम्र के हुंदे आ, वो सारे ही ग्राम सभा के मैंबर हुंदे आ। ऑन द बेसिस ऑफ अमेंडमेंट्स मेड इन 1992 1/3 ऑफ द लोकल सीट्स ऑफ पंचायत्स आर रिजर्वड फॉर विमेन। हाँ जी, 1992 ਦੇ ਵਿੱਚ ਜਿਹੜੀ ਸੰਵਿਧਾਨ ਦੇ ਵਿੱਚ ਸੋਧ ਹੋਈ ਉਹਦੇ ਅਨੁਸਾਰ ਪੰਚਾਇਤ ਦੀਆਂ ਜਿੰਨੀਆਂ ਵੀ ਸੀਟਾਂ ਹੁੰਦੀਆਂ ਉਹਦੇ ਵਿੱਚੋਂ 1/3 ਹਿੱਸਾ ਜਿਹੜਾ ਆ 1/3 ਜਿਹੜੀਆਂ ਸੀਟਾਂ ਹੈਗੀਆਂ ਉਹ ਲੇਡੀਜ਼ ਦੇ ਲਈ, ਔਰਤਾਂ ਦੇ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਪੰਚਾਇਤਾਂ ਦੇ ਵਿੱਚ। ਸਿਮਿਲਰਲੀ ਸਮ ਸੀਟਸ ਹੈਵ ਆਲਸੋ ਬੀਨ ਰਿਜ਼ਰਵਡ ਫॉर द बैकवर्ड एंड शेड्यूल्ड कास्ट्स ऑन द बेसिस ऑफ देयर पॉपूलेशन इन द एरिया। इसी तरह कुछ सीटां ਜਿਹੜੀਆਂ ਆ ਉਹ बैकवर्ड क्लासिस ਦੇ ਲਈ ਜਾਂ ਮਤਲਬ ਪਛੜੀਆਂ ਸ਼੍ਰੇਣੀਆਂ ਤੇ शेड्यूल कास्ट ਜਿਹੜੀਆਂ ਹੁੰਦੀਆਂ ਉਹਨਾਂ ਦੇ ਲਈ ਰਾਖਵੀਆਂ ਰੱਖੀਆਂ ਜਾਂਦੀਆਂ। ਇਲੈਕਸ਼ਨ ਡੇ ਜਿਹੜਾ ਉਹਦਾ ਸੀਨ ਦਿਖਾਇਆ ਗਿਆ। विमेन कास्टिंग वोट, ठीक है, ਜਿਹੜੀਆਂ ਲੇਡੀਜ਼ ਆ ਉਹ ਵੋਟ ਪਾ ਰਹੀਆਂ। ਸਰਪੰਚ ਆਫ ਅ ਪੰਚਾਇਤ ਇਜ਼ ਆਲਸੋ ਡਾਇਰੈਕਟਲੀ ਇਲੈਕਟਡ ਬਾਈ ਦ ਵੋਟਰਸ। ਤੇ ਪੰਚਾਇਤ ਜਿਹੜਾ ਸਰਪੰਚ ਹੁੰਦਾ ਉਹ ਵੀ ਵੋਟਰ ਦੇ ਦੁਆਰਾ ਚੁਣਿਆ ਜਾਂਦਾ ਆ, ਠੀਕ ਹੈ, ਜਿਹੜੇ ਉਹਨੂੰ ਵੋਟ ਪਾਉਂਦੇ ਆ। ਹੀ ਪ੍ਰੀਜ਼ਾਈਡਸ ਓਵਰ ਦ ਮੀਟਿੰਗਸ ਆਫ ਦ ਪੰਚਾਇਤ। ਤੇ ਸਰਪੰਚ ਚੁਣਨ ਤੋਂ ਬਾਅਦ ਉਹ पंचायत ਦੀਆਂ ਮੀਟਿੰਗਸ ਕਰਦਾ ਆ। देयर इज़ अ गवर्नमेंट सर्वेंट टू हेल्प द ग्राम पंचायत। ਤੇ ਇੱਕ ग्राम पंचायत ਦੀ ਹੈਲਪ ਕਰਨ ਦੇ ਲਈ ਸਰਕਾਰੀ ਸਰਵੈਂਟ ਵੀ ਹੁੰਦਾ ਆ। ਹੀ ਇਜ਼ ਨੋਨ ਐਜ਼ ਪੰਚਾਇਤ ਸੈਕਟਰੀ, ਜਿਹਨੂੰ ਆਪਾਂ ਪੰਚਾਇਤ ਸੈਕਟਰੀ ਦਾ ਨਾਮ ਦੇ ਦਿੰਦੇ ਆ। ਹੀ ਕੀਪਸ ਐਨ ਅਕਾਊਂਟ ਆਫ ਇਨਕਮ ਐਂਡ ਐਕਸਪੈਂਡੀਚਰਸ ਆਫ ਦ ਵਿਲੇਜ ਪੰਚਾਇਤ, ਜਿਹੜਾ ਕਿ ਪੰਚਾਇਤ ਦੇ ਜਿਹੜੇ ਖਰਚੇ ਹੁੰਦੇ ਜਾਂ ਆਮਦਨ ਹੁੰਦੀ ਆ ਉਹਦਾ ਹਿਸਾਬ ਰੱਖਦਾ ਆ। ਹੀ ਆਲਸੋ ਪ੍ਰੀਪੇਅਰਸ ਅ ਰਿਪੋਰਟ ਆਫ ਪੰਚਾਇਤ ਵਰਕਸ ਐਂਡ ਪ੍ਰੈਜੈਂਟਸ ਇਟ ਬਿਫੋਰ ਦ ਬਲਾਕ ਡਿਵੈਲਪਮੈਂਟ ਪੰਚਾਇਤ ਆਫਿਸਰ। ਤੇ ਫਿਰ ਉਹ ਸਾਰੀ ਰਿਪੋਰਟ ਤਿਆਰ ਕਰਦਾ ਆ ਪੰਚਾਇਤ ਦੁਆਰਾ ਜਿਹੜੇ ਕੰਮ ਕੀਤੇ ਗਏ ਹੁੰਦੇ ਉਹਦੀ। ਤੇ ਉਸ ਤੋਂ ਬਾਅਦ ਉਹ BDPO ਜਿਹੜੇ ਹੁੰਦੇ ਆ ਬਲਾਕ ਡਿਵੈਲਪਮੈਂਟ ਪੰਚਾਇਤ ਆਫਿਸਰ, ਉਹਨਾਂ ਦੇ ਸਾਹਮਣੇ ਉਹ ਰਿਪੋਰਟ ਵੀ ਰੱਖਦਾ ਆ। ਫੰਕਸ਼ਨਸ ਆਫ ਪੰਚਾਇਤ, ਹੁਣ ਆਪਾਂ ਦੇਖਦੇ ਹਾਂ ਕਿ ਪੰਚਾਇਤਾਂ ਦੇ ਕੀ ਕੀ ਕੰਮ ਹੁੰਦੇ ਆ। ਫੰਕਸ਼ਨਸ ਆਫ ਪੰਚਾਇਤ। ਪੰਚਾਇਤ ਪਰਫਾਰਮਸ ਦ ਫੋਲੋਇੰਗ ਡਿਊਟੀਜ਼। ਤੇ ਪੰਚਾਇਤਾਂ ਹੇਠ ਲਿਖੇ ਕੰਮ ਕਰਦੀਆਂ। ਨੰਬਰ 1, in their areas of operation panchayats perform several kinds of public works like education, sanitation, maintenance of roads, supply of drinking water, maintenance of birth and death records, street lighting and health centers, maintenance of burial and cremation grounds। हाँ जी, आ सारे काम ਜਿਹੜੇ ਹੁੰਦੇ ਆ ਇਹ ਪੰਚਾਇਤ ਦੇ ਦੁਆਰਾ ਕੀਤੇ ਜਾਂਦੇ ਆ। ਜੀ ਪਿੰਡਾਂ ਦੇ ਵਿੱਚ ਬਿਜਲੀ ਦਾ ਪ੍ਰਬੰਧ, ਸਫਾਈ, ਪੀਣ ਦੇ ਪਾਣੀ ਦਾ, ਜਨਮ ਮੌਤ ਰਜਿਸਟ੍ਰੇਸ਼ਨ ਕਰਵਾਉਣੀ,
ਗਲੀਆਂ ਦੇ ਵਿੱਚ ਰੋਸ਼ਨੀ ਤੇ ਸਫਾਈ ਦਾ ਪ੍ਰਬੰਧ ਕਰਨਾ, ਸਿਹਤ ਕੇਂਦਰ ਖੋਲ੍ਹਣੇ, ਠੀਕ, ਤੇ ਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਕਰਨਾ ਪਿੰਡਾਂ ਦੇ ਵਿੱਚ, ਠੀਕ ਹੈ। ਇਹ ਸਾਰੇ ਹੀ ਕੰਮ ਜਿਹੜੇ ਹੁੰਦੇ ਇਹ ਪੰਚਾਇਤਾਂ ਦੇ ਕੰਮ ਹੁੰਦੇ ਆ ਪਿੰਡਾਂ ਦੇ ਵਿੱਚ। ਫੰਕਸ਼ਨਸ ਆਫ ਗ੍ਰਾਮ ਪੰਚਾਇਤ ਆ ਦੇਖ ਲਓ, ਹੈ ਨਾ। ਨੰਬਰ 2, the administration works that panchayats do are maintenance of law and order, supervision of government servants work and safeguarding public property and its maintenance। ਤੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਉਹਨਾਂ ਦੇ ਕੰਮਾਂ ਦੀ ਦੇਖਭਾਲ ਕਰਨੀ ਤੇ ਜਿਹੜੀ ਅੰਤਕ ਸੰਪत्ति ਹੁੰਦੀ ਆ ਉਹਦੀ ਰੱਖਿਆ ਕਰਨਾ, ਠੀਕ ਹੈ। ਇਹ ਸਾਰੇ ਕੰਮ ਵੀ ਪੰਚਾਇਤਾਂ ਦੇ ਕੰਮ ਹੁੰਦੇ ਆ। ਨੰਬਰ 3, ਪੰਚਾਇਤ also deal with matters relating to over property matters and small theft। ਤੇ ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਜਿਹੜੀ ਹੁੰਦੀ ਆ ਉਹ ਪਿੰਡਾਂ ਦੇ ਛੋਟੇ-ਮੋਟੇ ਜਿਹੜੇ ਝਗੜੇ ਹੁੰਦੇ ਆ, ਹੈ ਨਾ, ਜਾਂ ਫਿਰ ਕੋਈ ਚੋਰੀ ਹੁੰਦੀ ਆ ਉਹਦੇ ਰਿਲੇਟਡ ਕੋਈ ਕੇਸ ਆ ਜਾਂਦੇ, ਉਹ ਵੀ ਸਾਰਾ ਉਹ ਆਪਣੇ ਲੈਵਲ ਤੇ ਪਿੰਡ ਦੇ ਲੈਵਲ ਤੇ ਹੀ ਸੁਲਝਾ ਲੈਂਦੇ ਆ। ਦੇ ਟਰਾਈ ਟੂ ਸੈਟਲ ਦਾ ਡਿਸਪਿਊਟ ਦੇਅਰ ਐਂਡ ਦੈਨ, ਤੇ ਉਹ ਪਿੰਡ ਦੇ ਝਗੜਿਆਂ ਨੂੰ ਆਪਣੇ ਲੈਵਲ ਤੇ ਹੀ ਕੋਸ਼ਿਸ਼ ਕਰਦੇ ਉਹਨੂੰ ਖਤਮ ਕਰਵਾਉਣ ਦੀ। ਸੋਰਸਿਸ ਆਫ ਇਨਕਮ, ਹੁਣ ਆਪਾਂ ਦੇਖਣਾ ਕਿ ਪੰਚਾਇਤ ਨੂੰ ਇਨਕਮ ਕਿੱਥੋਂ ਹੁੰਦੀ ਆ, ਆਮਦਨ ਕਿੱਥੋਂ ਹੁੰਦੀ ਆ। For village development, panchayat gets funds from taxes such as house tax, taxes on shops and fairs। ਤੇ ਪਿੰਡਾਂ ਦੀ ਡਿਵੈਲਪਮੈਂਟ ਕਰਨ ਦੇ ਲਈ ਪਿੰਡਾਂ ਨੂੰ ਜਿਹੜੇ ਕਈ ਤਰ੍ਹਾਂ ਦੇ ਫੰਡ ਵੀ ਮਿਲੇ ਹੁੰਦੇ ਆ, ਜਿਸ ਤਰ੍ਹਾਂ ਉਹ ਹਾਊਸ ਟੈਕਸ ਇਕੱਠਾ ਕਰ ਸਕਦੇ ਆ, ਦੁਕਾਨਾਂ ਤੋਂ ਟੈਕਸ ਇਕੱਠਾ ਕਰ ਲੈਂਦੇ, ਮੇਲਿਆਂ ਤੋਂ ਇਕੱਠਾ ਕਰ ਲੈਂਦੇ ਆ। ਬਿਸਾਈਡਸ ਰੈਵਨਿਊ ਫਰੋਮ ਪੰਚਾਇਤ ਪ੍ਰੋਪਰਟੀ ਇਜ਼ ਆਲਸੋ ਕਲੈਕਟਡ, ਤੇ ਪੰਚਾਇਤ ਜਿਹੜੀ ਪ੍ਰੋਪਰਟੀ ਹੁੰਦੀ ਉਹਦੇ ਉੱਪਰ ਵੀ ਉਹ ਕਰ ਜਿਹੜਾ ਉਹ ਇਕੱਠਾ ਕਰ ਲੈਂਦੇ ਆ। ਪੰਚਾਇਤ also get some money in the form of grants and loans in case of need from the state government। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਗ੍ਰਾਂਟਸ ਵੀ ਮਿਲਦੀਆਂ ਰਹਿੰਦੀਆਂ, ਲੋਨ ਵੀ ਮਿਲਦੇ ਰਹਿੰਦੇ, ਤੇ ਜੇ ਜ਼ਰੂਰਤ ਪਵੇ ਤਾਂ ਉਹ ਸਟੇਟ ਗਵਰਨਮੈਂਟ ਤੋਂ ਵੀ ਹੈਲਪ ਲੈ ਸਕਦੇ ਆ। ਪੰਚਾਇਤ ਔਰ ਬਲਾਕ ਸਮਿਤੀ, ਹਾਂਜੀ ਹੁਣ ਸੈਕਿੰਡ ਵਾਲੀ ਇੰਸਟੀਟਿਊਸ਼ਨ ਜਿਹੜੀ ਆ ਉਹ ਆ ਗਈ ਪੰਚਾਇਤ ਜਾਂ ਬਲਾਕ ਸਮਿਤੀ। ਇਹਨੂੰ ਪੰਚਾਇਤ ਸਮਿਤੀ ਵੀ ਕਹਿ ਦਿੰਦੇ ਆ ਤੇ ਬਲਾਕ ਸਮਿਤੀ ਵੀ ਕਹਿ ਦਿੰਦੇ ਆ। ਪੰਚਾਇਤ ਸਮਿਤੀ ਇਜ਼ ਅ ਲਿੰਕ ਬਿਟਵੀਨ ਵਿਲੇਜ ਪੰਚਾਇਤ ਐਂਡ ਜ਼ਿਲ੍ਹਾ परिषद। हाँ जी, हुण जिहड़ी ब्लॉक समिति हुंदी जां पंचायत समिति हुंदी आ ओह पिंड दी पंचायत जां जिला परिषद दे विचकार एक लिंक दा काम करदी, कड़ी दा काम करदी आ। पंचायत समितिज आर देयर टू रिमूव कॉमन प्रॉब्लम्स ऑफ विलेजेस and for the development activities of the block। पंचायत समिति is elected for a group of 100 villages and is known by different names in different states। ਤੇ ਪੰਚਾਇਤ ਸਮਿਤੀ ਆਪਣੇ ਏਰੀਏ ਦੀਆਂ ਜਿਹੜੀਆਂ ਪਿੰਡਾਂ ਦੀਆਂ ਪ੍ਰੋਬਲਮਸ ਹੁੰਦੀਆਂ, ਆਮ ਪ੍ਰੋਬਲਮਸ ਹੁੰਦੀਆਂ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਆ, ਠੀਕ ਹੈ। ਤੇ 100 ਪਿੰਡਾਂ ਦੇ ਲਈ ਇੱਕ ਬਲਾਕ ਜਾਂ ਪੰਚਾਇਤ ਸਮਿਤੀ ਬਣਾਈ ਜਾਂਦੀ ਆ, ਤੇ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹਨੂੰ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ। all ਪੰਚ ਐਂਡ ਸਰਪੰਚ ਆਫ ਦਾ ਵਿਲੇਜ ਪੰਚਾਇਤ ਇਲੈਕਟ ਦੇਅਰ ਮੈਂਬਰਸ ਟੂ ਦਾ ਬਲਾਕ ਸਮਿਤੀ। ਤੇ ਸਾਰੇ ਪੰਚ ਸਰਪੰਚ ਪਿੰਡਾਂ ਦੀਆਂ ਪੰਚਾਇਤਾਂ ਦੇ ਇਕੱਠੇ ਮਿਲ ਕੇ ਬਲਾਕ ਸਮਿਤੀ ਦੇ ਮੈਂਬਰਾਂ ਦੀ ਚੋਣ ਕਰਦੇ ਆ। ਸੈਕੰਡਲੀ ਆਲ ਦਾ ਮੈਂਬਰਸ ਆਫ ਸਟੇਟ ਵਿਧਾਨ ਸਭਾ, ਵਿਧਾਨ ਪਰਿਸ਼ਦ, ਲੋਕ ਸਭਾ, ਰਾਜ ਸਭਾ who have been elected from the block are also members of the block ਸਮਿਤੀ। ਤੇ ਇਸ ਤੋਂ ਇਲਾਵਾ ਜਿਹੜੇ ਇਸ ਇਲਾਕੇ ਦੇ ਵਿੱਚ ਰਾਜ ਵਿਧਾਨ ਸਭਾ, ਰਾਜ ਵਿਧਾਨ ਪਰਿਸ਼ਦ ਜਾਂ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਹੁੰਦੇ ਆ, ਉਹ ਵੀ ਸਾਰੇ ਜਿਹੜੇ ਆ ਬਲਾਕ ਸਮਿਤੀ ਦੇ ਮੈਂਬਰ ਵੀ ਹੁੰਦੇ ਆ। 1/3 of its total members are to be women। ਤੇ ਇਹਨਾਂ ਦੇ ਵਿੱਚੋਂ 1/3 ਜਿਹੜਾ ਹਿੱਸਾ ਆ ਉਹ ਔਰਤਾਂ ਹੁੰਦੀਆਂ। the term of block ਸਮਿਤੀ members is 5 years। ਤੇ ਇਹਨਾਂ ਦਾ ਜਿਹੜਾ ਟਰਮ ਹੁੰਦੀ ਆ ਉਹ 5 ਸਾਲ ਦੀ ਹੁੰਦੀ ਆ। the members also elect a chairperson and vice chairperson। ਤੇ ਇਹਦੇ ਸਾਰੇ ਮੈਂਬਰ ਮਿਲ ਕੇ ਇੱਕ ਸਭਾਪਤੀ ਤੇ ਇੱਕ ਉਪ ਸਭਾਪਤੀ ਦੀ ਚੋਣ ਕਰਦੇ ਆ। there is meeting of block ਸਮਿਤੀ once in a month। ਤੇ ਇੱਕ ਮਹੀਨੇ ਦੇ ਵਿੱਚ ਇੱਕ ਵਾਰ ਇਹ ਮੀਟਿੰਗ ਵੀ ਕਰਦੇ ਆ। ਨੈਕਸਟ ਆ ਗਿਆ ਫੰਕਸ਼ਨਸ, ਹੁਣ ਇਹਨਾਂ ਦੇ ਕੀ ਕੰਮ ਹੁੰਦੇ ਆ। the block ਸਮਿਤੀ has to look after the development activities of its area। ਬਲਾਕ ਸਮਿਤੀ ਆਪਣੇ ਏਰੀਏ ਦੇ ਜਿਹੜੇ ਵਿਕਾਸ ਦੇ ਕੰਮ ਹੁੰਦੇ ਆ ਉਹਨਾਂ ਨੂੰ ਦੇਖਦੀ ਆ। it helps to provide quality seeds and manure to the farmers। ਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਬੀਜ ਤੇ ਖਾਦਾਂ ਉਹਦਾ ਪ੍ਰਬੰਧ ਕਰਦੀ ਆ, ਉਹਨਾਂ ਨੂੰ ਉਹ ਦਿੰਦੀ ਆ। it helps the ਪੰਚਾਇਤ for small scale industries। ਤੇ ਇਸ ਤੋਂ ਇਲਾਵਾ ਜਿਹੜੇ ਛੋਟੇ ਉਦਯੋਗ ਹੁੰਦੇ ਆ, ਛੋਟੇ ਘਰੇਲੂ ਉਦਯੋਗ, ਉਹਨਾਂ ਦੇ ਲਈ ਵੀ ਮਦਦ ਕਰਦੀ ਆ। build bridges and links road to join villages of its area। ਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਤੇ ਪੁਲਿਆਂ ਦਾ ਨਿਰਮਾਣ ਵੀ ਕਰਵਾਉਂਦੀ ਆ। it provides primary health center। ਤੇ ਇਸ ਤੋਂ ਇਲਾਵਾ ਮੁੱਢਲੀ ਜਿਹੜੀ ਸਿਹਤ ਕੇਂਦਰ ਆ ਉਹਨਾਂ ਦਾ ਵੀ ਪ੍ਰਬੰਧ ਕਰਦੇ ਆ ਇਹ। above all
इट सुपरवाइजेज द डिवेलपमेंट एक्टिविटीज़ ऑफ द पंचायत ऑफ द ब्लॉक्स। तो इस तो इलावा पंचायत समति अपने खेतर दे विच जिन्नियां पंचायतां हुंदियां उन्हां दे कंमां दी निगरानी भी करदे आ। द एक्टिविटीज़ विच डोंट फॉल अंडर द अथॉरिटी ऑफ द ग्राम पंचायत आर लुकड आफ्टर बाय द ब्लॉक समति। ते जिहड़े काम पंचायत दे अधीन नहीं हुंदे उन्हां सारे कामां दी देखभाल जिहड़ी आ जां ओह सारे काम जिहड़े ओह ब्लॉक समति दे द्वारा कीते जांदे आ। ब्लॉक समति कलैक्ट्स मनी फ्रॉम प्रॉपर्टी टैक्सिस, हाउस टैक्स, वाटर टैक्स, ग्रांट्स एंड लोन्स फ्रॉम गवर्नमेंट। ते इन्हां दे इनकम दे साधन भी की हुंदे आ, ठीक है, ज़मीन ते टैक्स लेना, घरां ते टैक्स, पानी टैक्स है ना, पानी दे उपर टैक्स, जां इस तो इलावा सरकार वालों जिहड़ियां समय समय ते इन्हां नूं ग्रांटां जां लोन्स मिलदे आ। हाँ जी, आ ऑब्जैक्टिव टाइप क्वेश्चन हैगा। पंजाब दे विच किन्नियां ब्लॉक समतिज़ है ये याद रख लियो। पंजाब हैज़ 146 ब्लॉक समतिज़, ठीक है। पंजाब दे विच 146 ब्लॉक समतिज़ हैगियां। हाँ जी, नैक्सट आ गई सब तो उपरली इकाई जिला परिषद। द जिला परिषद इज़ द थर्ड एंड हाईएस्ट इंस्टीट्यूशन ऑफ द पंचायती राज सिस्टम। पंचायती राज सिस्टम की सब तो उपरली तीसरी जिहड़ी आ इकाई वो जिला परिषद है। ऑल ब्लॉक पंचायत समतिज़ एंड पंचायत ऑफ द डिस्ट्रिक्ट आर अंडर इट्स कंट्रोल। हुण उस जिले दे विच जिन्नियां भी ब्लॉक जां पंचायत समतियां हुंदियां जां पंचायतां हुंदियां वो सारियां ही उस जिला परिषद दे अंडर हुंदियां। इट एक्ट्स एज अ लिंक बिटवीन रूरल गवर्नमेंट, बिटवीन रूरल लोकल गवर्नमेंट एंड स्टेट गवर्नमेंट। ते यह स्टेट गवर्नमेंट ते लोकल जिहड़ी गवर्नमेंट हुंदी है रूरल गवर्नमेंट उन्हां दे विचकार एक कड़ी दा काम करदे आ। नाउ अडेज देयर आर 22 डिस्ट्रिक्ट्स इन पंजाब एंड सेम इज़ द नंबर ऑफ जिला परिषद। हुण जिस तरह आपां नूं पता ही है भी पंजाब दे विच हुण 22 जिले आ ते इस करके हरेक जिले दे विच एक एक जिला परिषद आ। सो कितनियां जिला परिषद हो गई 22। ऑल द चेयरमैन ऑफ ब्लॉक समतिज़ आर इट्स मैंबर। तो ब्लॉक समति के जिन्ने चेयरमैन होंदे आ वो सारे ही जिला परिषद के मैंबर होंदे आ। ऑल द मैंबर्स ऑफ द लोक सभा, राज्य सभा, स्टेट लैजिस्लेटिव असैंबली, लैजिस्लेटिव कौंसल ऑफ द एरिया आर इट्स मैंबर। तो इस तो इलावा उस एरिया के विचों जिहड़े भी लोक सभा के, राज सभा के जां राज विधान सभा के जां राज विधान परिषद के मैंबर होंदे आ, ठीक है, वो सारे भी ये मैंबर होंदे आ। रिप्रैजेंटेटिव ऑफ विमेन, शेड्यूल कास्ट एंड ट्राइब्स आर ऑल्सो इट्स मैंबर। इस तो इलावा कुछ जिहड़ियां औरतां आ वो भी ये मैंबर होंदियां, शेड्यूल कास्ट दे जां कबीलियां दे जिहड़े मैंबर आ वो भी ये मैंबर होंदे आ। मैंबर्स ऑफ जिला परिषद इलैक्ट चेयरमैन एंड वाइस चेयरमैन फ्रॉम इट्स मैंबर। तो जिला परिषद के मैंबर ही अपने लिए चेयरमैन ते वाइस चेयरमैन चुन लेंदे आ। लाइक अदर लोकल इंस्टीट्यूशन इट्स टर्म इज़ ऑल्सो 5 ईयर्स। तो दूसरियां इंस्टीट्यूशन की तरह ही यदा समा भी 5 साल के लिए हुंदा, बट इट कैन बी डिजोल्वड अर्लीयर ऑल्सो, पर इसनूं भी 5 साल तो पहला भंग किया जा सकता। अगे आगे ये फंक्शनस कम। इट एडवाइजेज, हेल्प्स एंड कोऑर्डिनेट्स द फंक्शनिंग ऑफ पंचायत्स एंड पंचायत समतिज़। तो जिला परिषद का मुख्य काम पंचायतां ते पंचायत समतियां दे कामां दे लई विच सहायता करना। इट प्रिपेयर्स प्लान्स फॉर रूरल डिवेलपमेंट ऑफ द डिस्ट्रिक्ट। तो जिले के लिए जिहड़े होर प्लान तैयार करने, ठीक है, विकास के लिए प्लान जिहड़े वो तैयार करते हैं। इट ऑल्सो एडवाइजेज एंड गाइड्स द स्टेट गवर्नमेंट फॉर द डिवेलपमेंट ऑफ द डिस्ट्रिक्ट। तो नाल ही ये अपने जिले के विकास के लिए स्टेट गवर्नमेंट नूं भी एडवाइज़ करते हैं। इन केस ऑफ नीड इट ऑल्सो सैटल्स द डिस्प्यूट बिटवीन द पंचायत एंड पंचायत समति। तो कई बार जे पंचायतां ते पंचायत समति दे विच कोई झगड़ा हो जाता किसी गल नूं लैके तां इह उन्हां दा भी निपटारा करवाउंदे आ। The main source of revenue of Zilla Parishad are grants from the centre and state governments, a portion of land revenue, income from its property and taxes imposed by it are the main sources of income for Zilla Parishad। इलावा जिहड़ी जिला परिषद आ इहदी इनकम दे होर की सोर्सिस हुंदे आ, एक तां इन्हां नूं जिहड़ी सरकार सेंटर गवर्नमेंट दे वल्लों जां स्टेट गवर्नमेंट दे वल्लों ग्रांट्स आउंदियां, जां फिर जिहड़ा ये कर इकट्ठा करते हैं, जां इन्हां दा जमीन ते जिहड़ा कर लग्या हुंदा वो इकट्ठा कर लेंदे आ, जां ये इन्हां दे सारे जिहड़ी इनकम दे मेन सोर्सिस हैगे आ। इन दी एंड वी कैन से दैट रूरल लोकल गवर्नमेंट एफिशिएंटली एंड इकोनॉमिकली रनस द एडमिनिस्ट्रेशन ऑफ लोकल एरिया। तो अंत विच आपां कह सकते हैं कि जिहड़ी पेंडू स्थानक सरकार हुंदी आ वो बड़ी योग्यता दे नाल घट खर्चे दे नाल अपने इलाके दा शासन प्रबंध
ਚਲਾਉਂਦੀ ਆ। ਬਾਈ ਐਡਮਿਨਿਸਟ੍ਰੇਸ਼ਨ देयर ओन ਅਫੇਅਰਸ ਰੂਰਲ ਪੀਪਲ ਬਿਕਮ ਐਕਟਿਵ ਐਂਡ ਸੈਲਫ ਕੌਨਫੀਡੈਂਟ। ਤੇ ਨਾਲ ਹੀ ਜਦੋਂ ਉਹ ਆਪਣਾ ਸ਼ਾਸਨ ਪ੍ਰਬੰਧ ਆਪ ਚਲਾਉਂਦੇ ਆ, ਇਹਦੇ ਨਾਲ ਪਿੰਡਾਂ ਦੇ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਦੇ ਗੈਟ ਐਕਸਪੀਰੀਅੰਸ ਇਨ ਲੋਕਲ ਐਡਮਿਨਿਸਟ੍ਰੇਸ਼ਨ ਵਿਚ ਹੈਲਪਸ ਐਂਡ ਇਨੇਬਲਸ them ਟੂ ਬੀ ਮੈਚੁਰ ਪੋਲੀਟੀਸ਼ੀਅਨ। ਤੇ ਜਦੋਂ ਉਹ ਆਪਣਾ ਸ਼ਾਸਨ ਪ੍ਰਬੰਧ ਆਪ ਕਰਦੇ ਆ ਤਾਂ ਉਹਨਾਂ ਨੂੰ ਸਥਾਨਕ ਲੋਕਾਂ ਨੂੰ ਲੋਕਤੰਤਰੀ ਸ਼ਾਸਨ ਜਿਹੜਾ ਪ੍ਰਬੰਧ ਆ ਉਹਦੇ ਲਈ ਵੀ ਇੱਕ ਤਰ੍ਹਾਂ ਨਾਲ ਐਕਸਪੀਰੀਅੰਸ ਮਿਲ ਜਾਂਦਾ ਆ। ਠੀਕ ਹੈ, ਫਿਰ ਉਹ ਅੱਗੇ ਜਾ ਕੇ ਉਹਦੇ 'ਚ ਵੀ ਪਾਰਟੀਸਪੇਟ ਕਰਦੇ ਆ। ਦਸ ਲੋਕਲ ਗਵਰਨਮੈਂਟ ਐਟ ਰੂਰਲ ਲੈਵਲ ਐਕਟਸ ਐਜ਼ ਅ ਟ੍ਰੇਨਿੰਗ ਗਰਾਊਂਡ ਫॉर ਰੂਰਲ ਸਿਟੀਜ਼ਨ। ਤੇ ਇਸੇ ਤਰ੍ਹਾਂ ਇਹ ਜਿਹੜੀ ਲੋਕਲ ਗਵਰਨਮੈਂਟ ਹੁੰਦੀ ਆ, ਇਹ ਉਹਨਾਂ ਦੇ ਲਈ ਇੱਕ ਜਿਹੜੇ ਨਾਗਰਿਕ ਹੁੰਦੇ ਉਹਨਾਂ ਦੇ ਲਈ ਇੱਕ ਟ੍ਰੇਨਿੰਗ ਸਾਬਿਤ ਹੋ ਜਾਂਦਾ। All the local self institution needs a lot of money for public welfare. For public welfare, administration and other optional duties, which is collected in the form of various taxes from people only. ਤੇ ਜਿੰਨੀਆਂ ਵੀ ਇਹ ਲੋਕਲ ਸੈਲਫ ਇੰਸਟੀਟਿਊਸ਼ਨਸ ਹੁੰਦੀਆਂ, ਇਹਨਾਂ ਨੂੰ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੁੰਦੀ ਆ, ਜਿਹਦੇ ਨਾਲ ਇਹ ਉਸ ਤੋਂ ਬਾਅਦ ਫਿਰ ਕੋਈ ਜਨਤਕ ਕੰਮ ਜਿਹੜੇ ਆ ਜਾਂ ਸਥਾਨਕ ਕੰਮ ਹੈਗੇ ਆ ਜਾਂ ਸ਼ਾਸਨ ਪ੍ਰਬੰਧ ਦੇ ਕੰਮ ਹੈਗੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਜਿਹੜੀਆਂ ਇਹਨਾਂ ਦੀਆਂ ਡਿਊਟੀਜ਼ ਹੈਗੀਆਂ ਉਹ ਕਰਦੇ ਆ। ਠੀਕ ਹੈ, ਜਿਹੜੇ ਇਹ ਸਾਰੇ ਟੈਕਸ ਇਹ ਲੋਕਾਂ ਤੋਂ ਹੀ ਇਕੱਠੇ ਕਰਦੇ ਆ। ਦ ਮਨੀ ਕਮਸ ਬੈਕ ਟੂ ਦ ਪਬਲਿਕ ਇਨ ਫॉर्म ਆਫ ਪਬਲਿਕ ਸਰਵਿਸ ਪ੍ਰੋਵਾਈਡਡ ਬਾਈ ਦ ਲੋਕਲ ਗਵਰਨਮੈਂਟ ਟੂ ਦ ਪੀਪਲ। ਤੇ ਜਿਹੜਾ ਪੈਸਾ ਅਸੀਂ ਟੈਕਸਾਂ ਦੇ ਰੂਪ ਦੇ ਵਿੱਚ ਦਿੰਦੇ ਆ, ਉਹੀ ਸਾਡਾ ਜਿਹੜਾ ਸਾਡੀਆਂ ਸੇਵਾਵਾਂ ਦੇ ਰੂਪ 'ਚ ਸਾਡੇ ਕੋਲ ਹੀ ਵਾਪਸ ਆ ਜਾਂਦਾ ਆ। ਦਸ ਇਟ ਇਜ਼ ਆਰ ਫੋਰਮੋਸਟ ਡਿਊਟੀ ਟੂ ਪੇ ਦ ਲੋਕਲ state level and national taxes is well in time to help the local government। ਇਸ ਲਈ ਸਾਡੇ ਸਾਰਿਆਂ ਦਾ ਵੀ ਇਹ ਫਰਜ਼ ਬਣਦਾ ਕਿ ਅਸੀਂ ਹਰ ਤਰ੍ਹਾਂ ਦਾ ਜਿਹੜਾ ਟੈਕਸ ਆ ਉਹ ਪੇ ਕਰੀਏ, ਚਾਹੇ ਉਹ ਲੋਕਲ ਟੈਕਸ ਹੈ, ਚਾਹੇ ਸਟੇਟ ਲੈਵਲ ਦਾ ਜਾਂ ਨੈਸ਼ਨਲ ਲੈਵਲ ਦਾ ਟੈਕਸ ਹੈਗਾ, ਉਹਨੂੰ ਟਾਈਮ 'ਤੇ ਪੇ ਕਰੀਏ। ਦਿਸ ਵਿਲ ਪ੍ਰਮੋਟ ਟੂ ਬੈਟਰ ਸੋਸ਼ਲ ਇਨਵਾਇਰਮੈਂਟ ਇਨ ਦ ਸੋਸਾਇਟੀ ਵਿਚ ਇਜ਼ ਬਰਨਿੰਗ ਨੀਡ ਆਫ ਦ ਆਰ। ਅਤੇ ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਸਾਡਾ ਸਮਾਜਿਕ ਵਾਤਾਵਰਨ ਹੈ ਸਾਡੇ ਸਮਾਜ ਦਾ, ਉਹ ਹੋਰ ਜ਼ਿਆਦਾ ਵਿਕਸਿਤ ਹੋਵੇਗਾ, ਜਿਹੜਾ ਕਿ ਅੱਜ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਦ ਮਿਨੀਮਮ ਏਜ ਟੂ ਕੰਟੈਸਟ ਦ ਇਲੈਕਸ਼ਨ ਆਫ ਰੂਰਲ ਲੋਕਲ ਸੈਲਫ ਗਵਰਨਮੈਂਟਸ ਯੂਨਿਟਸ ਇਜ਼ 21 ਈਅਰਸ। ਅਤੇ ਘੱਟ ਤੋਂ ਘੱਟ ਏਜ ਜਿਹੜੀ ਆ ਲੋਕਲ ਜੇ ਸੈਲਫ ਗਵਰਨਮੈਂਟ 'ਚ ਤੁਸੀਂ ਆਉਣੀ ਆ ਤਾਂ 21 ਸਾਲ ਆ। ਮਿਨੀਮਮ ਐਂਡ ਮੈਕਸੀਮਮ ਨੰਬਰ ਆਫ ਮੈਂਬਰਸ ਇਲੈਕਟਡ ਬਾਈ ਦ ਵੋਟਰਸ ਟੂ ਵਿਲੇਜ ਪੰਚਾਇਤ, ਪੰਚਾਇਤ ਸਮਿਤੀ ਐਂਡ ਜ਼ਿਲ੍ਹਾ ਪ੍ਰੀਸ਼ਦ ਇਜ਼ 5 to 13, 15 to 25 ਐਂਡ 10 to 25 ਰਿਸਪੈਕਟਿਵਲੀ। ਅਤੇ ਪੰਚਾਇਤ ਦੇ ਲਈ 5 ਤੋਂ 13 ਮੈਂਬਰਸ ਹੁੰਦੇ ਆ, ਅਤੇ ਪੰਚਾਇਤ ਸਮਿਤੀ ਦੇ 15 ਤੋਂ 25 ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 10 ਤੋਂ 25 ਮੈਂਬਰ ਜਿਹੜੇ ਉਹ ਚੁਣੇ ਜਾਂਦੇ ਆ। ਸੋ ਇਹ ਸੀ ਤੁਹਾਡਾ ਚੈਪਟਰ ਅਗਸਤ ਮੰਥ ਦਾ ਲਾਸਟ ਚੈਪਟਰ। ਅਤੇ ਆਪਣੇ ਸਾਰੇ ਚੈਪਟਰਸ ਜਿਹੜੇ ਆ ਅਗਸਤ ਤੱਕ ਦੇ ਉਹ ਕੰਪਲੀਟ ਹੋ ਚੁੱਕੇ ਆ। ਅਤੇ ਇਹ ਸਾਰੇ ਚੈਪਟਰ ਜਿਹੜੇ ਪੰਜਾਬੀ ਔਰ ਇੰਗਲਿਸ਼ ਦੋਨੋਂ ਮੀਡੀਅਮਸ ਵਾਲੇ ਬੱਚਿਆਂ ਦੇ ਲਈ ਹੈਗੇ ਆ। ਤੁਸੀਂ ਇਹ ਸਾਰੀ ਵੀਡੀਓ ਲੈਸਨ ਦੇਖੋ, ਉਸ ਤੋਂ ਬਾਅਦ ਤੁਸੀਂ ਇਹਨੂੰ ਥੋਰੋਲੀ ਸਮਝ ਸਕਦੇ ਆ ਚੈਪਟਰ ਨੂੰ। ਅਤੇ ਇਹਦੇ 'ਚੋਂ ਚਾਹੇ ਓਬਜੈਕਟਿਵ ਟਾਈਪ ਕੁਐਸਚਨ ਆ ਜਾਣ, ਚਾਹੇ ਫਿਰ ਸਬਜੈਕਟਿਵ ਆ ਜਾਣ, ਠੀਕ ਹੈ, ਅਤੇ ਤੁਸੀਂ ਈਜ਼ੀਲੀ ਅਟੈਂਪਟ ਕਰ ਸਕਦੇ ਆ। ਠੀਕ, ਅਤੇ ਜੇ ਵੀਡੀਓ ਲੈਸਨ ਤੁਹਾਨੂੰ ਵਧੀਆ ਲੱਗਦੇ ਆ ਤਾਂ ਤੁਸੀਂ ਆਪਣੇ ਫਰੈਂਡਸ ਦੇ ਨਾਲ ਇਹਨਾਂ ਨੂੰ ਸ਼ੇਅਰ ਕਰੋ। ਠੀਕ ਹੈ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜਿਹੜੀਆਂ ਨਿਊ ਲੈਸਨਸ ਦੀਆਂ ਵੀਡੀਓਜ਼ ਆ ਜਦੋਂ ਹੀ ਅਪਲੋਡ ਹੁੰਦੀਆਂ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਆ ਜਾਏ ਅਤੇ ਤੁਸੀਂ ਉਹਨੂੰ ਟਾਈਮ 'ਤੇ ਦੇਖ ਸਕੋ। ਓਕੇ ਸਟੂਡੈਂਟਸ, stay home, stay safe and keep learning. Thank you so much.